ਬੀਤੇ ਦਿਨੀਂ ਅਬੋਹਰ ਤੋਂ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਮਹਿੰਦਰ ਰਿਣਵਾ ਵੱਲੋਂ ਇੱਕ ਕਾਂਗਰਸੀ ਅਹੁਦੇਦਾਰ ਨੂੰ ਫੋਨ ਤੇ ਧਮਕੀ ਦੇਣ ਸੰਬੰਧੀ ਵਾਇਰਲ ਹੋਈ ਆਡੀਓ ਦੇ ਸਬੰਧ ਵਿੱਚ ਅੱਜ ਜ਼ਿਲ੍ਹਾ ਫਾਜ਼ਿਲਕਾ ਵਿੱਚ ਡਾਕਟਰ ਰਿਣਵਾ ਦੇ ਸਮਰਥਕਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਡਾਕਟਰ ਰਿਣਵਾ ਤੇ ਲਗਾਏ ਗਏ ਦੋਸ਼ਾਂ ਦਾ ਖੰਡਨ ਕੀਤਾ ਗਿਆ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਰੰਜਮ ਕਾਮਰਾ ਉੱਪਰ ਤਿੱਖੇ ਵਾਰ ਕੀਤੇ ਗਏ। ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਕੀ ਕਹਿਣਾ ਹੈ ਡਾਕਟਰ ਰਿਣਵਾ ਦੇ ਸਮਰਥਕਾਂ ਦਾ। ਪਹਿਲਾਂ ਤਾਂ ਜਿੰਨੇ ਵੀ ਪੱਤਰਕਾਰ ਬੰਧੂ ਇੱਥੇ ਪਹੁੰਚੇ ਆ, ਮੈਂ ਸਭ ਦਾ ਵੈਲਕਮ ਕਰਦਾ ਹਾਂ। ਜੈ ਹਿੰਦ, ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਪਿਛਲੇ ਦਿਨੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਫਾਜ਼ਿਲਕਾ ਦੇ ਡਿਸਟ੍ਰਿਕਟ ਕਾਂਗਰਸ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਹਨ ਰੰਜਨ ਕਾਮਰਾ ਜੀ, ਉਹਨਾਂ ਨੇ ਅਬੋਹਰ ਜਾ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਔਰ ਉੱਥੇ ਇੱਕ ਬੜੇ ਝੂਠੇ ਆਰੋਪ ਜਿਹੜੇ ਆ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਜੋ ਕੈਂਡੀਡੇਟ ਹਨ ਉੱਥੇ ਪ੍ਰਤਿਆਸ਼ੀ ਡਾਕਟਰ ਮਹਿੰਦਰ ਰਿਣਵਾ ਜੀ, ਉਹਨਾਂ ਦੇ ਉੱਪਰ ਐਲੀਗੇਸ਼ਨਸ ਲਗਾਈਆਂ ਹੈ ਕਿ ਡਾਕਟਰ ਮਹਿੰਦਰ ਰਿਣਵਾ ਜੀ ਇਹ ਡਰਾ ਕੇ ਰਾਜਨੀਤੀ ਕਰਦੇ ਆ। ਸੋ ਮੈਂ ਉਹਨਾਂ ਨੂੰ ਇਸ ਚੀਜ਼ ਦਾ ਅੱਜ ਮੇਰੇ ਨਾਲ ਸਾਡੀ ਪਿਛਲੇ 50 ਸਾਲਾਂ ਤੋਂ ਅਸੀਂ ਜਿੰਨੇ ਵੀ ਇੱਥੇ ਪੁਰਾਣੇ ਕਾਂਗਰਸਮੈਨ ਇਕੱਠੇ ਹੋਏ ਆ, ਜਿਨ੍ਹਾਂ ਵਿੱਚ ਇੱਥੇ ਸਾਡੇ ਡਿਪਟੀ ਡਾਇਰੈਕਟਰ ਰਿਟਾਇਰਡ ਹੰਸਰਾਜ ਸ਼ਰਮਾ ਜੀ ਹਨ, ਮੇਰੇ ਨਾਲ ਯੋਗੇਸ਼ ਸ਼ਰਮਾ ਜੀ, ਸਾਡੇ ਰਿਟਾਇਰਡ ਐਸਡੀਓ ਲੇਖਰਾਜ ਜੀ, ਸਾਡੇ ਕਈ ਵਾਰੀ ਇੱਥੋਂ ਫਾਜ਼ਿਲਕਾ ਦੇ ਵਿੱਚ ਐਮਸੀ ਰਹੇ ਆ 2-3 ਵਾਰ ਅਸ਼ੋਕ ਵਾਰਸ ਜੀ, ਬਾਬੂ ਰਾਮ ਪ੍ਰੀਤ ਜੀ, ਸੁਰਿੰਦਰ ਸਿੰਧੀ ਜਿਨ੍ਹਾਂ ਨੇ ਐਮਸੀ ਦਾ ਚੋਣ ਲੜੀ, ਰਾਜੂ ਜੀ, ਪ੍ਰਵੀਨ ਜੀ, ਕਾਲੀ ਚੌਧਰੀ ਜੀ, ਪ੍ਰਵੀਨ ਭਾਰਤਵਾਜ ਜੀ, ਸੁਭਾਸ਼ ਬੱਬਰ ਜੀ, ਸੁਨੀਲ ਕਾਮਰਾ ਜੀ, ਇਹ ਸਾਰੀ ਪਿਛਲੇ 30-40 ਸਾਲਾਂ ਤੋਂ ਡਾਕਟਰ ਰਿਣਵਾ ਜੀ ਨਾਲ ਟੀਮ ਰਹੀ ਹੈ ਔਰ ਇਹ ਸਾਰੇ ਕਾਂਗਰਸੀ ਪਰਿਵਾਰ ਰਹੇ ਹਨ। ਔਰ ਇਹ ਪਿਛਲੇ 50 ਸਾਲਾਂ ਤੋਂ ਸਾਡੇ ਜਿਹੜੇ ਬਜ਼ੁਰਗ ਹੈ ਉਹ ਵੀ ਕਾਂਸ਼ੀ ਰਾਮ ਰਿਣਵਾ ਜੀ ਦੇ ਟਾਈਮ ਤੋਂ ਕਾਂਗਰਸਮੈਨ ਰਹੇ ਹਨ। 1972 'ਚ ਕਾਂਸ਼ੀ ਰਾਮ ਰਿਣਵਾ ਜੀ ਨੇ ਚੋਣ ਲੜੀ, ਫਿਰ ਉਸ ਤੋਂ ਬਾਅਦ 1977 'ਚ, 80 'ਚ, ਉਸ ਤੋਂ ਬਾਅਦ ਡਾਕਟਰ ਸਾਹਿਬ ਆ ਗਏ। ਅੱਜ ਤੱਕ ਇਹਨਾਂ ਲੋਕਾਂ ਨੇ ਇੱਕ ਬਤੌਰ ਕਾਂਗਰਸਮੈਨ ਬਣ ਕੇ ਸੇਵਾ ਕੀਤੀ ਹੈ ਇਸ ਇਲਾਕੇ 'ਚ ਔਰ ਸਾਨੂੰ ਇਹ ਸੁਭਾਗਿਆ ਮਿਲਿਆ ਹੈ ਕਿ ਕਾਂਸ਼ੀ ਰਾਮ ਰਿਣਵਾ ਜੀ ਵਰਗੇ ਇੱਕ ਕਦਾਵਰ ਨੇਤਾ ਜਿਹੜੇ ਸਾਡੇ ਵਿੱਚ ਵਿਚਰੇ। ਉਸ ਤੋਂ ਬਾਅਦ ਡਾਕਟਰ ਮਹਿੰਦਰ ਰਿਣਵਾ ਜੀ, ਉਹਨਾਂ ਨੇ ਇਸ ਇਲਾਕੇ ਦੇ ਵਿੱਚ ਪਿਛਲੇ 30-35 ਸਾਲ ਸੇਵਾ ਕੀਤੀ। ਸੋ ਅਸੀਂ ਤਾਂ ਡਾਕਟਰ ਰਿਣਵਾ ਜੀ ਤੋਂ, ਮੇਰਾ ਖਿਆਲ ਹੈ ਵੀ ਇਸ ਇਲਾਕੇ ਦੇ ਵਿੱਚ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਡਾਕਟਰ ਮਹਿੰਦਰ ਰਿਣਵਾ ਇੱਕ ਇਸ ਇਲਾਕੇ ਦੇ ਵਿੱਚ ਇੱਕ ਆਪਣੇ ਆਪ ਦੇ ਵਿੱਚ ਇੱਕ ਸੋਚ ਹੀ ਨਹੀਂ ਹੈ, ਉਹ ਇਸ ਇਲਾਕੇ 'ਚ ਇੱਕ ਇੰਸਟੀਟਿਊਸ਼ਨ ਹਨ। ਮੇਰਾ ਖਿਆਲ ਹੈ ਜਿਤਨੀ ਕ੍ਰੈਡੀਬਿਲਿਟੀ ਔਰ ਇੰਟੀਗ੍ਰਿਟੀ ਡਾਕਟਰ ਮਹਿੰਦਰ ਰਿਣਵਾ ਜੀ ਦੀ ਇਸ ਇਲਾਕੇ 'ਚ ਰਹੀ ਹੈ ਔਰ ਜਿਸ ਤਰੀਕੇ ਨਾਲ ਉਹਨਾਂ ਨੇ ਇੱਥੇ ਕਮਿਟਮੈਂਟ ਨਾਲ, ਡੈਡੀਕੇਸ਼ਨ ਨਾਲ ਪੰਜਾਬ ਦੇ ਵਿੱਚ ਇਸ ਇਲਾਕੇ ਦੇ ਵਿੱਚ ਖਾਸ ਕਰਕੇ ਜ਼ਿਲ੍ਹਾ ਫਾਜ਼ਿਲਕਾ ਦੇ ਅੰਦਰ, ਇਹ ਨਹੀਂ ਹੈ ਖਾਲੀ ਫਾਜ਼ਿਲਕਾ ਦੇ ਵਿੱਚ, ਉਹ ਇੱਕ ਐਸੀ ਸ਼ਖਸੀਅਤ ਹਨ ਕਿ ਸਾਡੇ ਆਸ-ਪਾਸ ਜਿਹੜੇ ਵਿਧਾਨ ਸਭਾ ਖੇਤਰ ਹਨ ਜਿੱਦਾਂ ਬੱਲੂਆਣਾ, ਅਬੋਹਰ, ਜਲਾਲਾਬਾਦ, ਮੇਰਾ ਖਿਆਲ ਹੈ ਪੰਜਾਬ ਦੇ ਵਿੱਚ ਜੇ ਕੋਈ ਐਸਾ ਸ਼ਖਸ ਜਿਹੜਾ ਨਿਸਵਾਰਥ ਸੇਵਾ ਕਰਨ ਵਾਲਾ ਹੈ ਤਾਂ ਮੈਂ ਕਹੂੰਗਾ ਡਾਕਟਰ ਰਿਣਵਾ ਜੀ। ਔਰ ਇਹਨਾਂ ਨੇ ਜੋ ਆਰੋਪ ਲਗਾਏ ਹਨ ਕਿ ਡਾਕਟਰ ਸਾਹਿਬ ਜਿਹੜੇ ਹੈ ਉਹ ਇੱਕ ਡਰਾ ਕੇ ਰਾਜਨੀਤੀ ਕਰਦੇ ਆ। ਨਹੀਂ, ਉਹ ਇੱਕ ਵੀਡੀਓ ਵਾਇਰਲ ਹੋਈ, ਜਿਹਦੇ ਆਡੀਓ ਵਾਇਰਲ ਹੋਈ, ਜਿਹਦੇ ਡਾਕਟਰ ਸਾਹਿਬ ਵੱਲੋਂ ਕਿਹਾ ਜਾ ਰਿਹਾ ਜੋ ਇਹਨਾਂ ਦਾ ਕਹਿਣਾ ਜੀ। ਠੀਕ ਹੈ, ਲੇਕਿਨ ਦੇਖੋ ਸਰ, ਜਿਸ ਵੇਲੇ ਜੇ ਤੁਸੀਂ ਕਿਸੇ ਨੂੰ ਜ਼ੋਰ ਜ਼ਬਰ ਕਰੋਗੇ, ਕਿਸੇ ਤੇ ਇਨਜਸਟਿਸ ਕਰੋਗੇ, ਜੋ ਸ਼ਾਮ ਲਾਲ ਅਰੋੜਾ ਗੱਲਾਂ ਕਰਦਾ ਹੈ, ਕਿਆ ਤੁਹਾਨੂੰ ਪਤਾ ਹੈ ਕਿ ਉਸ ਦੇ ਨਾਲ ਜਿਨ੍ਹਾਂ ਦਾ ਘਰ ਹੈ ਉਹ ਡਾਕਟਰ ਸਾਹਿਬ ਦਾ ਇੱਕ ਵਰਕਰ ਹੈ। ਜੇ ਉਸ ਨੂੰ ਤੁਸੀਂ, ਚਾਹੇ ਉਹ ਗਰੀਬ ਆਦਮੀ ਹੈ, ਜੇ ਉਸ ਨੂੰ ਤੁਸੀਂ ਇਹ ਸੋਚ ਕੇ ਧਮਕਾਓਗੇ ਕਿ ਮੇਰੀ ਪਾਵਰ ਸੱਤਾ 'ਚ ਬਹੁਤ ਅੱਗੇ ਤੱਕ ਹੈ, ਤੇ ਡਾਕਟਰ ਰਿਣਵਾ ਇੱਕ ਐਸਾ ਸ਼ਖਸ ਹੈ, ਉਹ ਹਮੇਸ਼ਾ ਗਰੀਬਾਂ ਨਾਲ, ਦਲਿਤ ਨਾਲ, ਵੰਚਿਤ ਨਾਲ, ਜਿਹੜੇ ਡਾਊਨ ਟ੍ਰੋਡਨ ਆਫ ਦਾ ਸੁਸਾਇਟੀ ਹੈ, ਉਹ ਸ਼ਖਸ ਹਮੇਸ਼ਾ ਖੜਾ ਹੋਇਆ ਹੈ। ਇਹ ਉਹਨਾਂ ਦੀ ਖਾਸੀਅਤ ਹੈ। ਅੱਜ ਵੀ ਡਾਕਟਰ ਸਾਹਿਬ ਜਿੱਥੇ ਵੀ ਧੱਕਾ ਹੁੰਦਾ ਉਹ ਡਾਕਟਰ ਸਾਹਿਬ ਉੱਥੇ ਜਾਨ ਦੇਣ ਲਈ ਤਿਆਰ ਹੁੰਦੇ ਆ। ਸੋ ਡਾਕਟਰ ਸਾਹਿਬ ਜਿਹੜਾ ਹੈਗੇ ਉਹਨਾਂ ਦੀ ਤਾਂ ਆਪਣੀ, ਜਿੰਨੇ ਸਹੀ ਮਾਇਨੇ 'ਚ ਡਾਕਟਰ ਸਾਹਿਬ ਮੈਂ ਕਹੂੰ ਗੱਲ, ਤਾਂ ਡਾਕਟਰ ਸਾਹਿਬ ਇੱਕ ਪੋਲੀਟੀਸ਼ੀਅਨ ਨਹੀਂ ਹੈਗੇ, ਉਹ ਇੱਕ ਸਟੇਟਸਮੈਨ ਹੈਗੇ ਆ, ਇੱਕ ਬਹੁਤ ਵੱਡੇ ਸਟੇਟਸਮੈਨ ਹੈ ਔਰ ਉਹ ਬੰਦੇ ਦੀ, ਉਸ ਸ਼ਖਸ ਦੀ ਜਿਹੜੀ ਟਰਸਟਵਰਦੀਨੈਸ ਹੈ, ਸਟ੍ਰੇਟ ਫਾਰਵਰਡਨੈਸ ਹੈ, ਉਹਨਾਂ ਨੂੰ ਕੋਈ ਚੈਲੰਜ ਨਹੀਂ ਕਰ ਸਕਦਾ। ਅੱਜ ਵੀ ਉਹਨਾਂ ਦੇ ਕੋਲ ਵਿਜ਼ਨ ਹੈ, ਜਦੋਂ ਵੀ ਧੱਕਾ ਹੋਊਗਾ ਉਹ ਸ਼ਖਸ ਹਮੇਸ਼ਾ ਖੜਾ ਹੋਊਗਾ। ਇਹੀ ਇਸ ਇਲਾਕੇ ਦੇ ਵਰਕਰਾਂ ਨੂੰ ਹਮੇਸ਼ਾ ਮਾਣ ਰਿਹਾ ਇਸ ਚੀਜ਼ ਦਾ। ਔਰ ਡਾਕਟਰ ਸਾਹਿਬ ਨੇ ਜੋ ਇੱਥੇ ਸੇਵਾ ਕੀਤੀ ਹੈ, ਅੱਜ ਵੀ ਲੋਕ ਜਿਹੜੇ ਆ ਡਾਕਟਰ ਸਾਹਿਬ ਨੂੰ ਇਸ ਇਲਾਕੇ 'ਚ ਯਾਦ ਕਰਦੇ ਆ। ਡਾਕਟਰ ਮਹਿੰਦਰ ਰਿਣਵਾ ਧੱਕਾ ਨਹੀਂ ਕਰ ਸਕਦਾ। ਰਹੀ ਗੱਲ ਸੱਚ ਦੀ, ਸੱਚ ਤੇ ਡਾਕਟਰ ਰਿਣਵਾ ਹਮੇਸ਼ਾ ਖੜਾ ਹੋਇਆ ਹੈ, ਅੱਜ ਵੀ ਖੜੋਤਾ ਹੈ ਔਰ ਕੱਲ ਵੀ ਖੜਾ ਹੋਊਗਾ। ਇਸ ਚੀਜ਼ ਦੀ ਅਸੀਂ ਗਰੰਟੀ ਦਿੰਦੇ ਹਾਂ। ਔਰ ਵੈਸੇ ਵੀ ਉਹ ਕਹਿੰਦੇ ਕਿ ਨਹੀਂ, ਸੱਚ ਜਿਹੜਾ ਹੁੰਦਾ ਕਿ ਨਹੀਂ, ਉਹ ਨੰਗਾ ਹੀ ਚੱਲਦਾ। ਟਰੁੱਥ ਵਿਲ ਆਲਵੇਜ਼ ਵਾਕ ਨੇਕਡ ਵਾਈਲ lie has to be dressed up properly।
ਜਿਹੜਾ ਝੂਠ ਹੁੰਦਾ ਉਹਨੂੰ ਸਜਾਣਾ ਪੈਂਦਾ, ਉਹਨੂੰ ਕੋਈ ਕੱਜਲ ਪਾਊਡਰ ਲਾਣਾ ਪੈਂਦਾ। ਜਿਹੜਾ ਸੱਚ ਹੁੰਦਾ ਉਹ ਨੰਗਾ ਚੱਲਦਾ। ਡਾਕਟਰ ਰਿਨਵਾ ਇੱਕ ਸੱਚ ਨੇ, ਉਹ ਸੱਚ ਤੇ ਹਮੇਸ਼ਾ ਪਹਿਰਾ ਦਿੰਦੇ ਆ। ਤੋ ਇਸ ਦੇ ਵਿੱਚ ਮੈਂ ਉਹਨਾਂ ਦੇ ਜਿਹੜੇ ਆਰੋਪ ਹੈ ਮੈਂ ਸਿਰੇ ਤੋਂ ਖਾਰਿਜ ਕਰਦਾ। ਔਰ ਡਾਕਟਰ ਸਾਹਿਬ ਦੀ ਗੱਲ ਕਰੀਏ ਤਾਂ ਮੇਰਾ ਖਿਆਲ ਹੈ ਵੀ ਜੇ ਸੈਕੂਲਰਿਜ਼ਮ ਦੀ ਗੱਲ ਕਰੀਏ, ਪਲੂਰਲਿਜ਼ਮ ਦੀ ਗੱਲ ਕਰੀਏ, ਹਿਊਮਨਿਜ਼ਮ ਦੀ ਗੱਲ ਕਰੀਏ ਤਾਂ ਫਾਜ਼ਿਲਕਾ ਦੇ ਵਿੱਚ, ਇਸ ਇਲਾਕੇ ਦੇ ਵਿੱਚ, ਮਾਲਵੇ ਦੇ ਅੰਦਰ ਇਹਨਾਂ ਤਿੰਨਾਂ ਚੀਜ਼ਾਂ ਦਾ ਜੋ ਲੰਬਰਦਾਰ ਡਾਕਟਰ ਰਿਨਵਾ ਹੈ, ਮੇਰਾ ਖਿਆਲ ਕੋਈ ਨਹੀਂ ਹੋ ਸਕਦਾ। ਅਸੀਂ ਉਹਨਾਂ ਨੂੰ ਪਿਛਲੇ 35 ਸਾਲਾਂ ਤੋਂ ਜਾਣਦੇ ਹਾਂ। ਇਸ ਕਾਂਗਰਸੀ ਪਰਿਵਾਰ ਨੂੰ ਅਸੀਂ ਪਿਛਲੇ 50 ਸਾਲਾਂ ਤੋਂ ਜਾਣਦੇ ਹਾਂ। ਔਰ ਇਹ ਇੱਕ ਐਸੇ ਸ਼ਖਸ ਨੇ ਡਾਕਟਰ ਰਿਨਵਾ ਜੀ, ਉਹਨਾਂ ਦੇ ਦਿਲ ਦੇ ਵਿੱਚ ਵੜ ਕੇ ਦੇਖੋ, ਨੇਕ ਇਨਸਾਨ, ਦੇਵ ਤੁਲਿਆ ਇਨਸਾਨ ਨੇ। ਮੈਂ ਤਾਂ ਉਹਨਾਂ ਨੂੰ ਬਹੁਤ ਨੇੜਿਓਂ ਜਾਣਦਾ। ਮੇਰਾ ਖਿਆਲ ਹੈ ਤੁਸੀਂ ਕਦੇ ਸੋਚਿਆ ਨਹੀਂ ਹੋਣਾ ਡਾਕਟਰ ਰਿਨਵਾ ਨੂੰ ਅਸੀਂ ਆਪਣਾ ਆਟੋ 'ਚ ਸੈਰ ਕਰਦਿਆਂ ਦੇਖਿਆ ਹੋਇਆ, ਬੱਸਾਂ 'ਚ ਘੁੰਮਦਿਆਂ ਦੇਖਿਆ ਹੋਇਆ। ਮੈਨੂੰ ਯਾਦ ਆ ਉਹ ਸ਼ਖਸ ਜਿਹੜਾ ਉਹਦੇ ਮਨ ਦੇ ਵਿੱਚ ਕਦੇ ਖੋਟ ਨਹੀਂ ਹੈ, ਉਹ ਸੱਚੀ ਗੱਲ ਕਰਦਾ ਹੈ। ਉਹਨਾਂ ਨੂੰ ਝੂਠ ਨਹੀਂ ਬੋਲਣਾ ਆਉਂਦਾ। ਜੋ ਡਾਕਟਰ ਰਿਨਵਾ ਜੀ ਦੇ ਦਿਲ ਦੇ ਵਿੱਚ ਗੱਲ ਹੁੰਦੀ ਆ ਉਹ ਮੂੰਹ ਤੇ ਆਉਂਦੀ ਹੈ। ਇਹ ਡਾਕਟਰ ਸਾਹਿਬ ਦੀ ਖਾਸੀਅਤ ਹੈ। ਮੈਂ ਉਸ ਸ਼ਖਸ ਦਾ ਦਿਲ ਐਡਾ ਨੇੜਿਓਂ ਦੇਖਿਆ ਹੋਇਆ। ਮੈਂ ਇੱਕ ਵਾਰੀ ਤੁਹਾਨੂੰ ਛੋਟੀ ਜਿਹੀ ਗੱਲ ਸੁਣਾਉਂਗਾ। ਵੈਸ਼ਨੋ ਦੇਵੀ ਅਸੀਂ ਗਏ, ਅਰਧ ਕੁਮਾਰੀ ਦੇ ਵਿੱਚ 70 ਸਾਲ ਦੀ ਉਮਰ ਹੈ ਡਾਕਟਰ ਸਾਹਿਬ ਦੀ, ਲਗਭਗ 68 ਸਾਲ ਦੇ ਕਰੀਬ। ਔਰ ਮੇਰਾ ਖਿਆਲ ਹੈ ਵੀ ਉੱਥੇ 60 ਸਾਲ ਵਾਲੇ, 50 ਸਾਲ ਵਾਲੇ ਜਦੋਂ ਆਰਧ ਕੁਮਾਰੀ ਮਾਤਾ ਦੇ ਅੰਦਰ ਜੋ ਗੁਫਾ, ਉੱਥੋਂ ਜਾਣ ਤੋਂ ਭੱਜ ਗਏ। ਲੇਕਿਨ ਮੈਂ ਡਾਕਟਰ ਸਾਹਿਬ ਨੂੰ ਦੇਖਿਆ। ਡਾਕਟਰ ਸਾਹਿਬ ਕਹਿੰਦੇ ਮੰਤ ਜੀ ਮੈਂ ਤਾਂ ਜਾਊਂਗਾ। ਮੈਂ ਕਿਹਾ ਡਾਕਟਰ ਸਾਹਿਬ ਰਹਿਣ ਦੋ, ਜੇ ਨਹੀਂ ਜਾਇਆ ਜਾਂਦਾ। ਕਹਿੰਦੇ ਕੋਈ ਗੱਲ ਨਹੀਂ, ਮੈਂ 4 ਦਿਨਾਂ ਦੀ ਜ਼ਿੰਦਗੀ ਹੈ ਹਾਂਜੀ, ਜੇ ਮਾਤਾ ਰਾਣੀ ਦੇ ਚਰਨਾਂ 'ਚ ਵੀ ਵਾਰ ਦੇਵਾਂਗੇ ਤੇ ਕੀ ਹੈ। ਉਹ ਸ਼ਖਸ ਜਿਹੜੇ ਆ, ਮੈਂ ਉਹਨਾਂ ਨੂੰ ਬੜੇ ਨੇੜਿਓਂ ਦੇਖਿਆ ਹੈ। ਉਹ ਦੇਵਤੁਲਿਆ ਇਨਸਾਨ ਹੈ ਡਾਕਟਰ ਰਿਨਵਾ। ਪਿੱਛੇ ਡਾਕਟਰ ਸਾਹਿਬ ਨੂੰ ਕਰੋਨਾ ਹੋ ਗਿਆ, ਸੈਚੂਰੇਸ਼ਨ ਘਟ ਗਈ, ਜੈਪੁਰ ਹਸਪੀਟਲ ਸੀ। ਤੇ ਮੈਨੂੰ ਕਹਿੰਦੇ ਮੰਤ ਜੀ ਆਪਾਂ ਕੱਲ੍ਹ ਇੱਕ ਧਰਨਾ ਲਾਣਾ, ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ ਤੇ ਆਪਾਂ ਕਿਸਾਨਾਂ ਵਾਸਤੇ ਜਾਨ ਛਿੜਕ ਦੇਣੀ। ਮੈਂ ਕਿਹਾ ਡਾਕਟਰ ਸਾਹਿਬ ਤੁਸੀਂ ਥੋੜਾ ਜਿਹਾ ਠੀਕ ਹੋ ਲਓ, ਤੁਹਾਡੀ ਸੈਚੂਰੇਸ਼ਨ ਘਟੀ ਵੀ, ਤੁਹਾਡੀ ਮੈਡੀਸਨ ਚੱਲ ਰਹੀ ਹੈ। ਪਰ ਉਹ ਸ਼ਖਸ ਕਹਿੰਦਾ ਮੈਂ ਠੀਕ ਹਾਂ ਬਿਲਕੁਲ। ਸੋ ਡਾਕਟਰ ਸਾਹਿਬ ਹਮੇਸ਼ਾ ਕਿਸਾਨਾਂ ਦੇ ਬਹੁਤ ਵੱਡੇ ਹਿਮਾਇਤੀ ਰਹੇ ਹੈ। ਗਰੀਬ ਵਰਗ, ਚਾਹੇ ਕੋਈ ਕੈਟਾਗਰੀ ਹੈ, ਗਰੀਬ, ਮਜ਼ਦੂਰ, ਦਲਿਤ, ਵੰਚਿਤ, ਹਮੇਸ਼ਾ ਉਹ ਗਰੀਬ ਦੇ ਹੱਕ ਦੇ ਵਿੱਚ ਆਵਾਜ਼ ਉਠਾਉਂਦੇ ਆ। ਜੇ ਅਬੋਰ ਦਾ ਕਾਂਡ ਹੋਇਆ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਉਹ ਜਿਹੜਾ ਸ਼ਖਸ ਹੈ ਸ਼ਾਮ ਲਾਲ ਅਰੋੜਾ, ਉਹਨਾਂ ਨੇ ਕੋਈ ਜ਼ਿਆਦਤੀ ਕੀਤੀ ਹੈ। ਔਰ ਡਾਕਟਰ ਸਾਹਿਬ ਨੇ ਆਪਣੇ ਵਰਕਰ ਦੇ ਉੱਤੇ ਸਟੈਂਡ ਲਿਆ, ਕਿਉਂਕਿ ਡਾਕਟਰ ਸਾਹਿਬ ਦੀ ਇਹ ਇੱਕ ਖਾਸੀਅਤ ਹੈ ਕਿ ਉਹ ਹਮੇਸ਼ਾ ਸੱਚ ਦੇ ਉੱਤੇ ਔਰ ਆਪਣੇ ਵਰਕਰ ਦੇ ਉੱਤੇ ਹਮੇਸ਼ਾ ਖੜੇ ਰਹੇ ਹੈ ਔਰ ਅੱਜ ਵੀ ਖੜੋਤੇ ਹੈ। ਔਰ ਜਦ ਤੱਕ ਡਾਕਟਰ ਸਾਹਿਬ ਦਾ ਉਹਨਾਂ ਦੀ ਲਾਸਟ ਬਰੀਥ ਹੈ, ਉਹ ਇਸ ਇਲਾਕੇ ਦੇ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਹਾਜ਼ਰ ਹੋਣਗੇ। ਥੈਂਕ ਯੂ ਜੀ। ਮੈਂ ਹੁਣ ਬੇਨਤੀ ਕਰੂੰਗਾ ਆਪਣੇ ਲੇਖਰਾਜ ਜੀ, ਇਹ ਵੀ ਤੁਹਾਨੂੰ ਬਰੀਫ ਕਰਨਗੇ, ਰਿਟਾਇਰਡ ਐਸਟੀਓ ਲੇਖਰਾਜ ਜੀ। ਜਿਵੇਂ ਕਿ ਪਿਛਲੇ ਦਿਨ ਇੱਕ ਆਡੀਓ ਵਾਇਰਲ ਹੋਈ ਅਬੋਹਰ ਵਿੱਚ ਡਾਕਟਰ ਮਹਿੰਦਰ ਰਿਨਵਾ ਜੀ ਅਤੇ ਸ਼ਾਮ ਲਾਲ ਅਰੋੜਾ ਜੋ ਕਾਂਗਰਸ ਦੇ ਜਨਰਲ ਸੈਕਟਰੀ ਨੇ, ਉਸ ਤੋਂ ਬਾਅਦ ਅਬੋਹਰ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਹਦੇ ਵਿੱਚ ਅਬੋਹਰ ਨਗਰ ਨਿਗਮ ਦੇ ਪ੍ਰਧਾਨ ਅਤੇ ਜ਼ਿਲ੍ਹਾ ਅਧਿਕਸ਼ ਫਾਜ਼ਿਲਕਾ ਕਾਂਗਰਸ ਦੇ ਨੇ ਸੰਬੋਧਨ ਕੀਤਾ। ਤੁਹਾਡਾ ਕੀ ਕਹਿਣਾ? ਸਰ, ਸਾਡੇ ਜ਼ਿਲ੍ਹਾ ਪ੍ਰਧਾਨ ਰੰਜਨ ਕਮਰਾ ਜੀ, ਉਹਨਾਂ ਨੇ ਅਬੋਹਰ ਦੇ ਵਿੱਚ ਜਾ ਕੇ ਉਸ ਗੱਲ ਨੂੰ ਹੋਰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਅਜਿਹਾ ਨਹੀਂ ਕਰਨਾ ਚਾਹੀਦਾ ਸੀ। ਇਸ ਗੱਲ ਨੂੰ ਬਿਨਾਂ ਵਜ੍ਹਾ ਤੂਲ ਦਿੱਤੀ ਗਈ ਹੈ। ਸ਼ਾਮ ਲਾਲ ਅਰੋੜਾ ਨੇ ਪਹਿਲਾਂ ਉਸ ਵਰਕਰ ਦੇ ਨਾਲ ਜ਼ਿਆਦਤੀ ਕੀਤੀ ਸੀ, ਉਹਨੂੰ ਧਮਕਾਇਆ ਸੀ ਤੇ ਡਾਕਟਰ ਸਾਹਿਬ ਨੇ ਸਿਰਫ ਉਸ ਦਾ ਜਵਾਬ ਹੀ ਦਿੱਤਾ ਸੀ। ਕੋਈ ਇਹ ਜੀ ਬੁਰੀ ਭਾਵਨਾ ਨਾਲ ਉਹ ਕੋਈ ਉਹਨਾਂ ਦੀ ਮਨਸ਼ਾ ਨਹੀਂ ਸੀ। ਦੂਸਰੀ ਗੱਲ, ਰੰਜਨ ਕਮਰਾ ਜੀ ਹਮੇਸ਼ਾ ਹੀ ਇਸ ਤਰ੍ਹਾਂ ਦੀ ਰਾਜਨੀਤੀ ਕਰਦੇ ਰਹੇ। ਇਹ ਵੀ ਉਹਨਾਂ ਦਾ ਸੁਨੀਲ ਜਾਖੜ ਦਾ ਸਥਾਪਿਤ ਕੀਤਾ ਹੈ ਤੇ ਇੱਕ ਤਰ੍ਹਾਂ ਦਾ ਨਾਲ ਮੋਹਰਾ ਹੈ ਉਹਨਾਂ ਦਾ ਰਿਸ਼ਤਾ। ਜਦੋਂ ਕਿ ਆਪਣੇ ਸ਼ਹਿਰ ਦੇ ਵਿੱਚ ਜੋ ਇਸ ਵਕਤ ਮੌਜੂਦਾ ਐਮਐਲਏ ਦਵਿੰਦਰ ਘੁਬਾਇਆ ਜੀ ਪਿਛਲੇ 5 ਸਾਲ ਤੋਂ ਬਣੇ ਸੀ ਕਾਂਗਰਸ ਪਾਰਟੀ ਦੇ, ਇਹਨਾਂ ਨੇ ਉਹਨਾਂ ਦੀ ਵੀ ਲਗਾਤਾਰ 5 ਸਾਲ ਲੈਗ ਪੁਲਿੰਗ ਕੀਤੀ ਹੈ, ਕਿਉਂਕਿ ਇਹ ਆਪ ਕਾਂਗਰਸ ਪਾਰਟੀ ਦੀ ਟਿਕਟ ਚਾਹੁੰਦੇ ਸੀ, ਜਿਹੜੀ ਕਿ ਉਹ ਜਾਖੜ ਪਰਿਵਾਰ ਨੂੰ ਨਹੀਂ ਦਵਾ ਸਕਿਆ। ਹੁਣ ਦੇਖੋ ਕੀ ਹੋ ਰਿਹਾ ਸਾਡੇ ਸ਼ਹਿਰ ਦੇ ਵਿੱਚ। ਜਿਹੜੀ ਟੋਟਲ ਕਾਂਗਰਸ ਦੀ ਇਹਨਾਂ ਦੀ ਟੀਮ ਹੈ, ਉਹ ਜਿਹੜਾ ਮੌਜੂਦਾ ਕਾਂਗਰਸ ਦਾ ਹੁਣ ਕੈਂਡੀਡੇਟ ਹੈ ਉਹਦੀ ਵਿਰੋਧਤਾ ਕਰ ਰਹੀ ਹੈ। ਇਹ ਸਿਰਫ ਅਤੇ ਸਿਰਫ ਜਾ ਕੇ ਉੱਥੇ ਗੱਲ ਨੂੰ ਭੜਕਾਉਣ ਵਾਸਤੇ, ਜਾਣ ਕੇ ਗੱਲ ਨੂੰ ਵਧਾਉਣ ਵਾਸਤੇ, ਆਪਣਾ ਪਰਸਨਲ ਗਰਜ ਕੱਢਣ ਵਾਸਤੇ ਇਹ ਉੱਥੇ ਗਏ ਹੈ, ਜਿਹੜੀ ਅਸੀਂ ਸਾਰੇ ਇਸ ਘਟਨਾ ਦੀ ਨਿੰਦਾ ਕਰਦੇ ਹਾਂ। ਇਹ ਗੱਲ ਨਿੰਦਣਯੋਗ ਹੈ। ਜੇਕਰ ਗੱਲ ਕੀਤੀ ਜਾਵੇ, ਜਿਵੇਂ ਕਿ ਦੱਸਿਆ ਵੀ ਕਾਂਗਰਸੀ ਪਰਿਵਾਰ ਇੰਨੇ ਸਾਲਾਂ ਪਰ ਹੁਣ ਕਾਂਗਰਸ ਛੱਡ ਕੇ ਅਕਾਲੀ ਦਲ ਵੱਲੋਂ ਲੜ ਰਹੇ ਹੋ ਤੇ ਤੁਸੀਂ ਵੀ ਅਕਾਲੀ ਦਲ ਦੀ ਸਪੋਰਟ ਕਰ ਰਹੇ ਹੋ। ਹਾਂਜੀ ਸਰ, ਇਸ ਤਰ੍ਹਾਂ ਹੈ, ਅਸੀਂ ਸਾਰੇ ਪਹਿਲਾਂ ਕਾਂਗਰਸ ਪਾਰਟੀ ਦੇ ਨਾਲ ਰਹੇ ਹਾਂ, ਕਾਂਗਰਸ ਪਾਰਟੀ ਦੇ ਬੜੇ ਸੀਨੀਅਰ ਵਰਕਰ ਰਹੇ ਹਾਂ, ਸਾਰੇ ਸਾਡੇ 'ਚ ਮੌਜੂਦ ਬੈਠੇ ਆ। ਪਿਛਲੇ ਟਰਮ ਦੇ ਵਿੱਚ ਕੀ ਹੋਇਆ ਫਾਜ਼ਿਲਕਾ ਦੇ ਵਿੱਚ, ਜਾਖੜ ਪਰਿਵਾਰ ਦੀ ਮਿਹਰਬਾਨੀ ਦੇ ਨਾਲ ਇੱਕ ਅਕਾਲੀ ਦਲ ਦਾ ਉਮੀਦਵਾਰ, ਉਸ ਨੂੰ ਇੱਥੋਂ ਫਾਜ਼ਿਲਕਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇ ਕੇ ਨਵਾਜਿਆ ਗਿਆ। ਉਸ ਬੰਦੇ ਨੇ
ਨੋਮੀਨੇਸ਼ਨ ਭਰਨ ਤੋਂ ਸਿਰਫ 10 ਦਿਨ ਪਹਿਲਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਸੀ। ਐਮਐਲਏ ਬਣਨ ਤੋਂ ਬਾਅਦ ਜਿੰਨੀ ਅਕਾਲੀ ਦਲ ਦੀ ਟੀਮ ਸੀ ਉਹ ਉਧਰੋਂ ਟਰਾਂਸਫਰ ਹੋ ਕੇ ਉਹਦੇ ਨਾਲ ਕਾਂਗਰਸ ਪਾਰਟੀ ਵਿੱਚ ਆ ਗਈ, ਔਰ ਜਿਹੜੇ ਅਸਲ ਕਾਂਗਰਸ ਵਰਕਰ ਸੀ ਉਹਨਾਂ ਨੂੰ 5 ਸਾਲ ਉਹਨਾਂ ਨੇ ਕੋਈ ਪੁੱਛ ਪੜਤਾਲ ਨਹੀਂ ਕੀਤੀ। ਤਾਂ ਅਸੀਂ ਸਾਰੇ ਨਿਰਾਸ਼ ਹੋ ਕੇ ਹੁਣ ਅਸੀਂ ਡਾਕਟਰ ਰਿਨਵਾ ਸਾਹਿਬ ਦੇ ਨਾਲ, ਜਦੋਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਬੋਹਰ ਤੋਂ ਆਪਣਾ ਉਮੀਦਵਾਰ ਬਣਾਇਆ, ਅਸੀਂ ਸਾਰੇ ਹੀ ਉਹਨਾਂ ਦੇ ਨਾਲ ਆਪਦੀ ਪਾਰਟੀ ਬਦਲ ਕੇ ਹੁਣ ਅਸੀਂ ਉਹਨਾਂ ਦੀ ਹਮਾਇਤ ਕਰ ਰਹੇ ਹਾਂ। ਤੇ ਤੁਹਾਡੇ ਵੱਲੋਂ ਹੁਣ ਜੇ ਅਕਾਲੀ ਦਲ ਦੀ ਗੱਲ ਕੀਤੀ ਜਾਏ, ਫਾਜ਼ਿਲਕਾ 'ਚ ਹਮਾਇਤ ਕੀਤੀ ਜਾਏਗੀ ਕਿ ਅਬੋਹਰ 'ਚ ਹਮਾਇਤ ਕੀਤੀ ਜਾਏਗੀ? ਅਸੀਂ ਫਾਜ਼ਿਲਕਾ ਵਿੱਚ ਹੀ ਅਕਾਲੀ ਦਲ ਦੀ ਹਮਾਇਤ ਕਰ ਰਹੇ ਹਾਂ। ਜਲਾਲਾਬਾਦ ਦੇ ਵਿੱਚ ਵੀ ਅਸੀਂ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹਨਾਂ ਦੀ ਸਪੋਰਟ ਕਰ ਰਹੇ ਹਾਂ, ਬੱਲੋਆਣਾ ਵਿੱਚ ਹੀ ਕਰ ਰਹੇ ਹਾਂ, ਔਰ ਅਬੋਹਰ ਦੇ ਵਿੱਚ ਡਾਕਟਰ ਮਹਿੰਦਰ ਰੇਨਵਾ ਦੀ ਕਰ ਰਹੇ ਹਾਂ। ਸਾਡੀ ਸਾਰੀ ਟੀਮ ਇਸ ਵਕਤ ਟੋਟਲ ਡਿਸਟ੍ਰਿਕਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਹਮਾਇਤ ਕਰ ਰਹੀ ਹੈ। ਫਾਜ਼ਿਲਕਾ ਦੇ ਵਿੱਚ ਡਾਕਟਰ ਮਹਿੰਦਰ ਰੇਨਵਾ ਜੀ, ਜਿਨ੍ਹਾਂ ਨੂੰ ਅਸੀਂ ਪਰਿਵਾਰਿਕ ਤੌਰ ਤੇ ਜਾਣਦੇ ਹਾਂ, ਔਰ ਹੁਣ ਉਸ ਟਾਈਮ ਤੋਂ ਜਾਣਦੇ ਹਾਂ ਜਿਸ ਵੇਲੇ ਉਹ ਡਾਕਟਰ ਮਹਿੰਦਰ ਜੀ ਆਪਣੀ ਸਰਵਿਸ ਜਿਹੜੀ ਹੈ ਉਹ ਹਸਪੀਟਲ ਦੇ ਵਿੱਚ ਦੇ ਰਹੇ ਸਨ, ਮੈਡੀਕਲ ਅਫੀਸਰ ਸਨ, ਤੇ ਅਸੀਂ ਉਹਨਾਂ ਨੂੰ ਬੜੇ ਨਿੱਜੀ ਤੌਰ ਤੇ ਜਾਣਦੇ ਹਾਂ। ਜਿਸ ਵੇਲੇ ਉਹ ਐਮਐਲਏ ਬਣੇ ਤੇ ਉਹਨਾਂ ਨੇ ਆਪਣਾ ਚਾਰਜ ਸੰਭਾਲਣ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਫਾਜ਼ਿਲਕਾ ਜਿਹੜੀ ਅੱਜ ਪੋਜੀਸ਼ਨ ਹੈ ਉਹਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਇੰਨੀ ਮਾੜੀ ਹੈ, ਜਿੰਦੇ ਵਿੱਚ ਥਾਂ ਥਾਂ ਦੇ ਉੱਤੇ ਮੋਟਰਸਾਈਕਲ ਚੱਕੇ ਜਾ ਰਹੇ ਨੇ, ਕਤਲੋ ਗਾਰਤ ਹੋਈ ਜਾਂਦੀ ਹੈ, ਲੋਕਾਂ ਦੇ ਉੱਤੇ, ਆਮ ਬੰਦੇ ਦੇ ਉੱਤੇ ਹਮਲੇ ਕਰ ਦਿੰਦੇ ਆ। ਜਦੋਂ ਵੀ ਕਿਸੇ ਇਹੋ ਜਿਹਾ ਮੌਕਾ ਆਉਂਦਾ ਹੈ, ਉਹ ਬੰਦੇ, ਇੱਕ ਬੰਦਾ ਜਿਹੜਾ ਹੈ ਉਹ 10 ਨੂੰ ਫੋਨ ਕਰਦਾ ਹੈ ਤੇ ਉਹ ਬੰਦੇ ਹਾਜ਼ਰ ਹੋ ਜਾਂਦੇ ਹੈ। ਦੜਾ ਸੱਟਾ ਜਿਹੜਾ ਫਾਜ਼ਿਲਕਾ ਦੇ ਵਿੱਚ ਖੁੱਲ੍ਹੇਆਮ ਲੱਗ ਰਿਹਾ, ਸ਼ਰਾਬ ਜਿਹੜੀ ਉਹ ਖੁੱਲ੍ਹੇਆਮ ਹਲਕੇ 'ਚ ਨਿਕਲ ਰਹੀ ਹੈ ਔਰ ਇਹ ਕਢਾ ਰਹੇ ਨੇ ਆਪ, ਜਿੰਦੇ ਵਿੱਚ ਸਾਰਾ ਜਿਹੜਾ ਛੋਟੇ ਲੈਵਲ ਪੱਧਰ ਦੇ ਉੱਤੇ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਰਲਿਆ ਹੋਇਆ ਹੈ। ਤੇ ਇਹ ਜਿਹੜਾ ਮਤਲਬ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਹੈ ਉਹ ਦਵਿੰਦਰ ਸਿੰਘ ਘੁਬਾਇਆ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਉਹ ਆਪ ਵਿਗਾੜ ਰਹੇ ਨੇ। ਉਹਨਾਂ ਨੇ ਕਦੇ ਵੀ ਫਾਜ਼ਿਲਕਾ ਦੇ ਹਿੱਤ ਦੀ ਗੱਲ ਨਹੀਂ ਕੀਤੀ। ਫਾਜ਼ਿਲਕਾ ਦੇ ਹਿੱਤ ਸਿਰਫ ਆਪਦੀਆਂ ਜਿਹੜਾ ਉਹ ਰੇਤਾ ਚੋਰੀ ਤੇ ਟਾਈਲਾਂ ਵਾਲੇ ਪਾਸੇ ਰਹੇ, ਤੇ ਉਹਦੇ ਕਾਰਨ ਜਿਹੜਾ ਸਾਡਾ ਕੋਈ ਡਿਵੈਲਪਮੈਂਟ ਸ਼ਹਿਰ ਦੀ ਨਹੀਂ ਹੋਈ। ਤੁਸੀਂ ਅੱਜ ਕਿਸੇ ਵੀ ਫਾਜ਼ਿਲਕਾ ਦੇ ਵਿੱਚ ਜਿੰਨੇ ਐਨੇ ਜਿਹੜੇ ਬਾਥਰੂਮ ਵਗੈਰਾ ਬਣਾਏ ਗਏ ਸੀ ਉਹ ਸਾਰੇ ਟੁੱਟੇ ਪਏ ਨੇ, ਨਾ ਕੋਈ ਉੱਥੇ ਲੇਡੀਜ਼ ਆ ਸਕਦੀ ਹੈ ਨਾ ਜਾ ਸਕਦੀ, ਔਰ ਕਾਨੂੰਨ ਦੀ ਵਿਵਸਥਾ ਐਡੀ ਮਾੜੀ ਹੋਈ ਪਈ ਹੈ ਸਾਡੇ ਸ਼ਹਿਰ ਦੇ ਵਿੱਚ, ਜਿਨ੍ਹਾਂ ਦੀ ਮਤਲਬ ਦਵਿੰਦਰ ਘੁਬਾਏ ਦੀ ਸਾਡੇ ਇੱਥੇ ਕੋਈ ਦਿਲਚਸਪੀ ਨਹੀਂ ਕਿਸੇ ਗੱਲ ਦੀ। ਤੇ ਐਵੇਂ ਉਹਨੂੰ ਹੁਣ ਮਤਲਬ ਜਿਹੜੀ ਹੈ ਟਿਕਟ ਦੇ ਕੇ ਖੜਾ ਕਰਤਾ ਹੈ, ਔਰ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਐਤਕੀ ਦਵਿੰਦਰ ਘੁਬਾਇਆ ਜਿਹੜਾ ਚੌਥੇ ਨੰਬਰ ਤੇ। ਸਾਰੀ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ, ਸਾਰੀ ਕਾਂਗਰਸ ਪਾਰਟੀ ਇਹਦੇ ਹੱਥ ਜ਼ਿੰਮੇਵਾਰ ਰਹੇਗੀ। ਔਰ ਜਿਹੜਾ ਰੰਜਮ ਕਾਮਰਾ ਹੈ ਉਹ ਫਾਜ਼ਿਲਕਾ ਦੀ ਹਾਰਦੀ ਹੋਈ ਸੀਟ ਨੂੰ ਵੇਖ ਕੇ ਤੇ ਜਾ ਖੜਨ ਦਾ ਪਿੱਠੂ ਹੋਣ ਕਰਕੇ ਜਿਹੜਾ ਉਹ ਜਾਣ ਬੁੱਝ ਕੇ ਉੱਥੇ ਅਬੋਹਰ ਦੇ ਵਿੱਚ ਬੈਠਾ ਹੈ, ਔਰ ਸਾਡੀ ਜਿਹੜੀ ਬਰਾਦਰੀ ਹੈ ਉਹਨੂੰ ਭੜਕਾ ਰਿਹਾ ਜਾਣ ਬੁੱਝ ਕੇ ਡਾਕਟਰ ਸਾਹਿਬ ਦੇ ਖਿਲਾਫ। ਡਾਕਟਰ ਸਾਹਿਬ ਇੱਕ ਸੱਚੇ ਸੁੱਚੇ ਇਨਸਾਨ ਨੇ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਇਨਸਾਨ।